ਜੁਆਇੰਟ ਪੇਨ ਹੈ ਉਹ ਕਈ ਤਰ੍ਹਾਂ ਦੀ ਹੁੰਦੀ ਹੈ। ਜੁਆਇੰਟ ਪੇਨ ਕਈ ਵਾਰੀ ਥਾਇਰਾਇਡ ਕਰਕੇ ਵੀ ਹੁੰਦੀ ਹੈ, ਸ਼ੂਗਰ ਕਰਕੇ ਵੀ ਹੁੰਦੀ ਹੈ ਤੇ ਉਹਦੇ ਵਿੱਚ ਤੇ ਦੂਸਰੀ ਗਠੀਏ ਦੀ ਪ੍ਰੋਬਲਮ ਤੇ ਦੂਸਰੀ ਬਿਮਾਰੀ 'ਚ ਬਹੁਤ ਜ਼ਿਆਦਾ ਫਰਕ ਹੈ। ਜਿਵੇਂ ਆਪਾਂ ਗੋਡਿਆਂ ਦਾ ਦਰਦ ਕਹਿ ਲਈਏ, ਇਹ ਉਮਰ ਦੇ ਲਿਹਾਜ਼ ਨਾਲ ਹੋ ਜਾਂਦਾ ਵਾ। ਜਿਵੇਂ ਜਿਵੇਂ ਆਪਣੀ ਉਮਰ ਵੱਧਦੀ ਹੈ ਉਹਦੇ 'ਚ ਕੀ ਹੁੰਦਾ, ਕਾਰਟਿਲੇਜ ਘਸਣਾ ਸ਼ੁਰੂ ਹੋ ਜਾਂਦੀ ਹੈ, ਉਹਦੇ ਨਾਲ ਗੋਡੇ ਰਗੜ ਖਾਣ ਲੱਗ ਜਾਂਦੇ। ਇਹਨੂੰ ਆਪਾਂ ਆਸਟੀਓਆਰਥਰਾਈਟਿਸ ਕਹਿੰਦੇ ਆ। ਲੇਕਿਨ ਜਿਹੜਾ ਗਠੀਆ ਵਾ, ਜਿਵੇਂ ਕਈ ਸ਼ਖਸ ਹੁੰਦੇ ਜਿਨ੍ਹਾਂ ਦੇ ਜੁਆਇੰਟ ਪੇਨ ਹੁੰਦੇ ਹੋਣਗੇ, ਉਹਨਾਂ ਦੇ ਮਨ ਦੇ ਵਿੱਚ ਵੀ ਇੱਕ ਡਾਊਟ ਪੈਦਾ ਹੋ ਗਿਆ ਵੀ ਯਾਰ ਵੀ ਕਿਤੇ ਮੈਨੂੰ ਤਾਂ ਨਹੀਂ ਇਹ ਪ੍ਰੋਬਲਮ ਆ ਗਈ। ਲੱਛਣ ਕੀ ਹੁੰਦੇ ਨੇ ਇਹ ਚੀਜ਼ ਦੇ ਸ਼ੁਰੂਆਤੀ, ਜੇਕਰ ਗੱਲ ਕਰ ਲਈਏ ਆਪਾਂ, ਕੀ ਸਿੰਪਟਮ ਕੀ ਹੁੰਦੇ ਨੇ, ਕਿਸ ਤਰ੍ਹਾਂ ਪਤਾ ਲੱਗ ਸਕਦਾ ਵੀ ਇਹ ਪ੍ਰੋਬਲਮ ਸ਼ੁਰੂਆਤ ਹੋ ਰਹੀ ਹੈ? ਇੱਕ 20 ਰੁਪਏ ਦੇ ਬਰਗਰ ਨਾਲ ਸਭ ਦਾ ਫੈਮਿਲੀ ਦਾ ਆਪਾਂ ਪੇਟ ਭਰ ਸਕਦੇ ਹੁੰਦੇ। ਇਸ ਕਰਕੇ ਬਾਹਰ ਦੇ ਇਫੈਕਟ ਜਿਹੜਾ ਬਹੁਤ ਜ਼ਿਆਦਾ ਹੁੰਦਾ ਜੁਆਇੰਟ ਪੇਨ 'ਚ, ਬੱਚਿਆਂ ਦਾ ਖੇਲਣਾ ਕੁੱਦਣਾ ਬਿਲਕੁਲ ਹੀ ਬੰਦ ਹੋ ਚੁੱਕਾ ਹੈ। ਕੱਚੀਆਂ ਸੜਕਾਂ, ਕੱਚੇ ਖੇਤ ਸਭ ਚੱਕੇ ਗਏ ਹੈ, ਜਿਸ ਕਰਕੇ ਬੱਚੇ ਬਾਹਰ ਖੇਲਣ ਨਹੀਂ ਜਾਂਦੇ ਤੇ ਤਿਵੇਂ ਤਿਵੇਂ ਰੋਗ ਵਧੀ ਤੁਰਿਆ ਜਾਂਦਾ ਹੈ। ਅਗਰ ਤੁਸੀਂ ਫਾਈਬਰ ਫੂਡਸ ਜ਼ਿਆਦਾ ਲੈਂਦੇ ਹੋ, ਹਾਈ ਫਾਈਬਰ, ਅਗਰ ਤੁਸੀਂ ਜੰਕ ਫੂਡ ਜ਼ਿਆਦਾ ਖਾਂਦੇ ਹੋ, ਅਗਰ ਤੁਸੀਂ ਹੈਲਦੀ ਫੂਡ ਨਹੀਂ ਖਾਂਦੇ ਤਾਂ ਉਹਦੇ ਨਾਲ ਜੁਆਇੰਟ ਪੇਨ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ। ਇਸ ਕਰਕੇ ਹੈਲਦੀ ਡਾਈਟ ਜ਼ਰੂਰ ਲੈਣੀ ਚਾਹੀਦੀ ਹੈ। ਆਪਣੇ ਭੋਜਨ ਵਿੱਚ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਵੀ ਕਮੀ ਹੁੰਦੀ ਹੈ, ਜਿਹਦੇ ਕਰਕੇ ਜੁਆਇੰਟਸ ਪੇਨ ਵੱਧ ਰਹੀਆਂ। ਜਦੋਂ ਤੁਹਾਡੀ ਸ਼ੁਰੂਆਤੀ ਹੀ ਪੇਨ ਹੁੰਦੀ ਹੈ ਉਦੋਂ ਤੁਹਾਨੂੰ ਡਾਕਟਰ ਕੋਲ ਜਾ ਕੇ ਆਪਣਾ ਡਾਇਗਨੋਸ ਪ੍ਰੋਪਰ ਬਣਾਉਣਾ ਚਾਹੀਦਾ ਹੈ, ਤਾਂ ਕਿ ਤੁਹਾਡੇ ਗੋਡੇ ਵੀ ਬਚ ਸਕਣ ਤੇ ਤੁਸੀਂ ਆਪਰੇਸ਼ਨ ਤੋਂ ਵੀ ਬਚ ਸਕੋ। ਜਦੋਂ ਆਪਾਂ ਨੂੰ ਪਤਾ ਹੀ ਲੱਗ ਜਾਏਗਾ ਵੀ ਇਹ ਆਮ ਗਠੀਆ ਰੋਗ ਹੈ, ਜਾਂ ਆਪਾਂ ਨੂੰ ਕਹਿ ਦਿੰਦੇ ਆਸਟੀਓਆਰਥਰਾਈਟਿਸ, ਜਿਵੇਂ ਮੈਂ ਪੁੱਛਿਆ, ਇਹ ਥਾਇਰਾਇਡ ਕਰਕੇ ਹੈ, ਇਹ ਸ਼ੂਗਰ ਕਰਕੇ ਹੈ। ਜੇ ਆਪਾਂ ਨੂੰ ਆਮ ਪਤਾ ਲੱਗ ਜਾਏ ਕਿ ਗਠੀਆ ਦੇ ਥੋੜ੍ਹੇ ਮੈਂ ਜਿਹੜੇ ਘਰੇਲੂ ਉਪਾਅ ਦੱਸਦੀ ਹਾਂ, ਤੁਸੀਂ ਦੁੱਧ ਜਿਹੜਾ ਵਾ ਉਹਦੇ ਵਿੱਚ ਅਸ਼ਵਗੰਧਾ ਬਹੁਤ ਫਾਇਦਾ ਕਰਦੀ ਹੈ। ਇਹ 'ਚ ਗੂਗਲ ਕਈ ਤਰ੍ਹਾਂ ਦੀ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ, ਨਿਰਗੁੰਡੀ ਹੈ। ਇਸ ਤਰ੍ਹਾਂ ਦੀਆਂ ਆਯੁਰਵੇਦ ਦੇ ਨਾਲ ਅਸੀਂ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ, ਪਰ ਸਾਨੂੰ ਪੇਸ਼ੈਂਟ ਕਾਹਲੇ ਪੈ ਜਾਂਦੇ ਹੈ, ਥੋੜ੍ਹਾ ਜਿਹਾ ਵਕਤ ਚਾਹੀਦਾ ਹੁੰਦਾ ਹੈ, ਜਿਸ ਕਰਕੇ ਹੌਲੀ ਹੌਲੀ ਪੇਸ਼ੈਂਟ ਨੂੰ ਰਿਲੀਫ ਮਿਲਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਆਪਾਂ ਅੱਜ ਦੀ ਗੱਲ ਕਰ ਲਈਏ, ਅੱਜ ਦੇ ਜ਼ਮਾਨੇ ਵਿੱਚ ਮੈਨੂੰ ਲੱਗਦਾ ਜੇਕਰ ਕਿਸੇ ਨੇ ਇੱਕ ਦਿਨ 'ਚ ਕਰਾਉਣੀ ਹੋਵੇ ਫਿਜ਼ੀਓਥੈਰੇਪੀ, ਤਾਂ ਮੇਰੇ ਖਿਆਲ ਨਾਲ ਇੱਕ ਵਾਰ ਦਾ 500 ਤੋਂ 700 ਰੁਪਇਆ ਲੈਂਦੇ ਨੇਗੇ ਉਹ। ਪਰ ਇਹ ਐਕਸਪੈਂਸਿਵ ਬਹੁਤ ਜ਼ਿਆਦਾ ਨਹੀਂ, ਤੁਹਾਨੂੰ ਨਹੀਂ ਲੱਗ ਰਿਹਾ ਬਹੁਤ ਜ਼ਿਆਦਾ ਪੈ ਰਹੀ ਹੈ? ਕਿਉਂਕਿ ਹਰ ਇੱਕ ਸ਼ਖਸ ਦੀ ਇੰਨੀ ਗੁੰਜਾਇਸ਼ ਨਹੀਂ ਹੁੰਦੀ ਵੀ ਹਰ ਰੋਜ਼ ਜਾ ਕੇ ਜਾਂ ਫਿਰ ਵੀਕ ਦੇ ਵਿੱਚ 2 ਜਾਂ 3 ਜਾਂ 4 ਵਾਰੀ ਜਿੰਨੇ ਵਾਰੀ ਵੀ ਜਾ ਕੇ ਉਹ ਕਰਾਊਗਾ, ਤਾਂ ਕਾਫੀ ਜ਼ਿਆਦਾ ਐਕਸਪੈਂਸਿਵ ਪੈ ਜਾਂਦਾ ਹੈਗਾ ਇਹ। ਫਿਰ ਇਹਦਾ ਕੋਈ ਹੋਰ ਸੋਲਿਊਸ਼ਨ ਹੈ? ਕੋਈ ਘਰ ਦੇ ਵਿੱਚ ਬਹਿ ਕੇ ਕੋਈ ਅਗਰ ਕੋਈ ਥੈਰੇਪੀ ਕਿਸ ਤਰ੍ਹਾਂ ਦੀ ਐਕਸਰਸਾਈਜ਼ ਕਰਨੀ ਚਾਹੁੰਦਾ ਹੋਵੇ ਤਾਂ ਕੋਈ ਹੋਰ ਸੋਲਿਊਸ਼ਨ ਹੈ ਇਸ ਚੀਜ਼ ਦਾ? ਨਮਸਕਾਰ, ਪੰਜਾਬ ਨਿਊਜ਼ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਦੀਪ ਸ਼ੇਰਪੁਰ ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਅੱਜ ਦੇ ਜ਼ਮਾਨੇ ਦੀ ਜੇਕਰ ਗੱਲ ਕਰ ਲਈਏ, ਅੱਜ ਕੱਲ੍ਹ ਬਿਮਾਰੀਆਂ ਬੜੀਆਂ ਵੱਧ ਚੁੱਕੀਆਂ ਨੇ, ਕਿਉਂਕਿ ਇੱਕ ਸਮਾਂ ਹੁੰਦਾ ਸੀ ਜਦੋਂ ਰਿਸ਼ੀ ਮੁਨੀ ਹੁੰਦੇ ਸੀਗੇ, ਜਾਂ ਫਿਰ ਕਹਿ ਸਕਦੇ ਹਾਂ ਕਿ ਦੇਸੀ ਘਰੇਲੂ ਨੁਕਤੇ ਹੁੰਦੇ ਸੀਗੇ। ਉਦੋਂ ਬਿਮਾਰੀਆਂ ਬੜੀਆਂ ਘੱਟ ਹੁੰਦੀਆਂ ਸੀਗੀਆਂ। ਜੇਕਰ ਕੋਈ ਬੱਚੇ ਨੂੰ ਪ੍ਰੋਬਲਮ ਹੋ ਵੀ ਜਾਣੀ, ਜਿਵੇਂ ਆਪਾਂ ਖੰਘ ਦੀ ਗੱਲ ਕਰ ਲਈ, ਕਹਿੰਦੇ ਸੀ ਭਾਈ ਨਿੰਮ ਦਾ ਪੱਤਾ ਚੱਬ ਲਓ, ਜਾਂ ਫਿਰ ਜੇ ਬੁਰਸ਼ ਕਰਨਾ ਸੀਗਾ, ਅੱਜ ਕੱਲ੍ਹ ਤਾਂ ਜਿਵੇਂ ਕੋਲਗੇਟ ਚੱਲ ਪਏ ਨੇ ਨਾ, ਪਹਿਲਾਂ ਦਾਤਰਾਂ ਹੁੰਦੀਆਂ ਸੀਗੀਆਂ, ਦੇਸੀ ਦਵਾਈਆਂ ਹੁੰਦੀਆਂ ਸੀ, ਦੇਸੀ ਜੜੀ ਬੂਟੀਆਂ ਹੁੰਦੀਆਂ ਸੀ, ਜਿਨ੍ਹਾਂ ਨਾਲ ਸਰੀਰ ਤੰਦਰੁਸਤ ਰਹਿੰਦੇ ਸੀਗੇ। ਤੇ ਜਿਵੇਂ ਅੱਜ ਕੱਲ੍ਹ ਵੀ ਜੇਕਰ ਆਪਾਂ ਪੁਰਾਣੇ ਬਜ਼ੁਰਗਾਂ ਕੋਲੇ ਖੜ੍ਹ ਜਾਈਏ ਨਾ, ਇੱਕ ਗੱਲ ਅਕਸਰ ਸੁਣਨ ਨੂੰ ਮਿਲਦੀ ਹੈ, ਕਹਿੰਦੇ ਯਾਰ ਜਿਹੜੀਆਂ ਖੁਰਾਕਾਂ ਅਸੀਂ ਖਾਧੀਆਂ ਨੇ ਨਾ, ਅੱਜ ਦੀ ਪੀੜ੍ਹੀ ਨਹੀਂ ਉਹ ਖਾ ਸਕਦੀ। ਪਰ ਵਾਕਈ ਉਹ ਚੀਜ਼ਾਂ ਸੱਚ ਵੀ ਨੇ। ਤੇ ਅੱਜ ਅਸੀਂ ਅਜਿਹੀ ਬਿਮਾਰੀ ਬਾਰੇ ਗੱਲਬਾਤ ਕਰਾਂਗੇ, ਗੋਡਿਆਂ ਦਾ ਦਰਦ ਕਹਿ ਸਕਦੇ ਹਾਂ ਜਾਂ ਫਿਰ ਜੁਆਇੰਟ ਪੇਨ, ਕਈ ਤਾਂ ਗਠੀਆ ਵੀ ਕਹਿ ਦਿੰਦੇ ਨੇ। ਪਰ ਅਸਲ ਵਿੱਚ ਗਠੀਆ ਜਾਂ ਜੁਆਇੰਟ ਪੇਨ ਦੇ ਵਿੱਚ ਕਿੰਨਾ ਕੁ ਅੰਤਰ ਹੁੰਦਾ, ਜਾਂ ਫਿਰ ਇਹ ਕੀ ਬਿਮਾਰੀ ਇੱਕ ਹੀ ਹੁੰਦੀ ਹੈਗੀ? ਇਸ ਵਿਸ਼ੇ 'ਤੇ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਮੈਮ ਡਾਕਟਰ ਸੰਗੀਤਾ ਛਾਬੜਾ ਜੀ ਹੋਣਗੇ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜੀ ਇਹ ਗੋਡਿਆਂ ਦੇ ਦਰਦ ਦੀ ਬਿਮਾਰੀ ਹੈ, ਜਾਂ ਫਿਰ ਕਹਿ ਸਕਦੇ ਹਾਂ ਕਿ ਗਠੀਏ ਦੀ ਬਿਮਾਰੀ ਹੈ, ਕੀ ਲੱਛਣ ਹੁੰਦੇ ਨੇਗੇ, ਜਾਂ ਫਿਰ ਸ਼ੁਰੂਆਤੀ ਕਾਰਨ ਕਿਵੇਂ ਬਣਦੇ ਨੇਗੇ, ਕਿਵੇਂ ਪੈਦਾ ਹੁੰਦੀ ਹੈ, ਇਹ ਸਾਰੀਆਂ ਗੱਲਾਂ 'ਤੇ ਚਾਨਣਾ ਪਾਵਾਂਗੇ ਤੇ ਤੁਹਾਨੂੰ ਇਲਾਜ ਵੀ ਦੱਸਾਂਗੇ ਕਿ ਕਿਵੇਂ ਇਸ ਚੀਜ਼ਾਂ ਤੋਂ, ਬਿਮਾਰੀਆਂ ਤੋਂ ਬਚ ਸਕਦੇ ਆਪਾਂ। ਸੰਗੀਤਾ ਜੀ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਮੈਮ ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ ਚੈਨਲ 'ਤੇ ਜੀ। ਨਮਸਕਾਰ ਸਾਰਿਆਂ ਨੂੰ, ਮੇਰਾ ਨਾਮ ਡਾਕਟਰ ਸੰਗੀਤਾ ਛਾਬੜਾ ਹੈ। ਹੈਲਥ ਕੈਮ ਰੈਮਡੀਜ਼ ਵਿੱਚ ਮੈਂ ਸੀਨੀਅਰ ਕੰਸਲਟੈਂਟ ਦੇ ਰੂਪ 'ਚ ਕੰਮ ਕਰ ਰਹੀ ਹਾਂ ਜੀ। ਮੈਮ, ਜੇ ਆਪਾਂ ਸ਼ੁਰੂਆਤ ਕਰੀਏ, ਮੈਂ ਨਾ ਇੰਟਰਵਿਊ ਸ਼ੁਰੂਆਤ ਦੇ ਵਿੱਚ ਵੀ ਮੈਂ ਕਿਹਾਗਾ ਕਿ ਗੋਡਿਆਂ ਦਾ ਦਰਦ ਹੋ ਗਿਆ, ਇੱਕ ਹੋ ਗਿਆ ਗਠੀਏ ਦੀ ਪ੍ਰੋਬਲਮ। ਕਈ ਜਿਹੜੇ ਪੇਂਡੂ ਲੋਕ ਹੁੰਦੇ ਨੇ ਜਾਂ ਫਿਰ ਸਿਆਣੇ ਬਜ਼ੁਰਗ ਹੁੰਦੇ ਨੇ, ਜਿਨ੍ਹਾਂ ਨੂੰ ਟੈਕਨੀਕਲ ਨਹੀਂ ਪਤਾ ਹੁੰਦਾ, ਉਹ ਇਹ ਪ੍ਰੋਬਲਮ ਨੂੰ ਇੱਕ ਸਮਝ ਲੈਂਦੇ ਨੇ ਯਾਰ ਵੀ ਜਿਹੜਾ ਜੁਆਇੰਟ ਪੇਨ ਤੇ ਗਠੀਏ ਦੀ ਬਿਮਾਰੀ ਹੈ ਇੱਕ ਹੀ ਹੁੰਦੀ ਹੈਗੀ। ਕਿ ਵਾਕਈ ਇਹ ਬਿਮਾਰੀ ਇੱਕ ਹੀ ਹੁੰਦੀ ਹੈ ਜਾਂ ਅਲੱਗ-ਅਲੱਗ ਹੁੰਦੀਆਂ ਨੇ ਇਹ ਚੀਜ਼ਾਂ? ਦੇਖੋ, ਜਿਹੜੀ ਜੁਆਇੰਟ ਪੇਨ ਹੈ ਉਹ ਕਈ ਤਰ੍ਹਾਂ ਦੀ ਹੁੰਦੀ ਹੈ।
ਜੁਆਇੰਟ ਪੇਨ ਕਈ ਵਾਰੀ ਥਾਇਰਾਇਡ ਕਰਕੇ ਵੀ ਹੁੰਦੀ ਹੈ, ਸ਼ੂਗਰ ਕਰਕੇ ਵੀ ਹੁੰਦੀ ਹੈ, ਤੇ ਉਹਦੇ ਵਿੱਚ ਤੇ ਦੂਸਰੀ ਗਠੀਏ ਦੀ ਪ੍ਰੋਬਲਮ ਤੇ ਦੂਸਰੀ ਬਿਮਾਰੀ 'ਚ ਬਹੁਤ ਜ਼ਿਆਦਾ ਫਰਕ ਹੈ। ਜਿਵੇਂ ਆਪਾਂ ਗੋਡਿਆਂ ਦਾ ਦਰਦ ਕਹਿ ਲਈਏ, ਇਹ ਉਮਰ ਦੇ ਲਿਹਾਜ਼ ਨਾਲ ਹੋ ਜਾਂਦਾ ਵਾ। ਜਿਵੇਂ ਜਿਵੇਂ ਆਪਣੀ ਉਮਰ ਵੱਧਦੀ ਹੈ ਉਹਦੇ 'ਚ ਕੀ ਹੁੰਦਾ, ਕਾਰਟਿਲੇਜ ਘਸਣਾ ਸ਼ੁਰੂ ਹੋ ਜਾਂਦੀ ਹੈ, ਉਹਦੇ ਨਾਲ ਗੋਡੇ ਰਗੜ ਖਾਣ ਲੱਗ ਜਾਂਦੇ ਆ। ਇਹਨੂੰ ਆਪਾਂ ਆਸਟੀਓਆਰਥਰਾਈਟਿਸ ਕਹਿੰਦੇ ਆ। ਲੇਕਿਨ ਜਿਹੜਾ ਗਠੀਆ ਵਾ ਉਹਦੇ 'ਚ ਜਿਹੜਾ ਦਰਦ ਦੇ ਨਾਲ ਨਾਲ ਥੋੜੀ ਜਿਹੀ ਉਹਦੇ ਗੋਡਿਆਂ ਤੇ ਲਾਲੀ ਆਉਣੀ ਸ਼ੁਰੂ ਹੋ ਜਾਂਦੀ ਹੈ, ਤੇ ਇਹਦੇ ਨਾਲ ਵੱਡੇ ਜੁਆਇੰਟ ਦੇ ਨਾਲ ਨਾਲ ਛੋਟੇ ਜਿਹੜੇ ਜੋੜ ਹੈ ਉਹ ਵੀ ਨਾਲ ਸ਼ਾਮਿਲ ਹੋ ਜਾਂਦੇ ਆ। ਉਹਨਾਂ ਵਿੱਚ ਵੀ ਜਿਹੜੀ ਹੈ ਲਾਲਿਮਾ ਤੇ ਸੂਜਨ ਵੱਧ ਜਾਂਦੀ ਹੈ, ਹਲਕਾ ਹਲਕਾ ਪੇਸ਼ੈਂਟ ਨੂੰ ਬੁਖਾਰ ਰਹਿਣਾ ਸ਼ੁਰੂ ਹੋ ਜਾਂਦਾ ਵਾ। ਇਹ ਫਰਕ ਹੁੰਦਾ ਗਠੀਏ ਦੇ ਰੋਗ ਵਿੱਚ, ਤੇ ਇਹਦੇ 'ਚ ਯੂਰਿਕ ਐਸਿਡ ਵੀ ਵੱਧ ਜਾਂਦਾ ਵਾ ਗਠੀਏ ਦੇ ਰੋਗ ਵਿੱਚ। ਮੈਮ ਜੇਕਰ ਆਪਾਂ ਗਠੀਏ ਦੀ ਗੱਲਬਾਤ ਕਰ ਲਈ ਹੈ ਨਾ, ਕਿਉਂਕਿ ਕਈ ਸ਼ਖਸ ਹੋਣਗੇ, ਦਰਸ਼ਕ ਵੀ ਸਾਡੇ ਨਾਲ ਜੁੜੇ ਹੋਣਗੇ, ਉਹਨਾਂ ਦੇ ਮਨ ਦੇ ਵਿੱਚ ਇੱਕ ਸਵਾਲ ਆ ਰਿਹਾ ਹੋਊਗਾ, ਯਾਰ ਵੀ ਕਿਤੇ ਮੈਨੂੰ ਤਾਂ ਨਹੀਂ ਗਠੀਆ, ਜਾਂ ਫਿਰ ਜਿਵੇਂ ਕਈ ਸ਼ਖਸ ਹੁੰਦੇ ਜਿਨ੍ਹਾਂ ਦੇ ਜੁਆਇੰਟ ਪੇਨ ਹੁੰਦੇ ਹੋਣਗੇ, ਉਹਨਾਂ ਦੇ ਮਨ ਦੇ ਵਿੱਚ ਵੀ ਇੱਕ ਡਾਊਟ ਪੈਦਾ ਹੋ ਗਿਆ ਹੋਊ, ਯਾਰ ਵੀ ਕਿਤੇ ਮੈਨੂੰ ਤਾਂ ਨਹੀਂ ਇਹ ਪ੍ਰੋਬਲਮ ਆ ਗਈ। ਲੱਛਣ ਕੀ ਹੁੰਦੇ ਨੇ ਇਹ ਚੀਜ਼ ਦੇ ਸ਼ੁਰੂਆਤੀ, ਜੇਕਰ ਗੱਲ ਕਰ ਲਈ ਆਪਾਂ, ਕੀ ਸਿੰਪਟਮ ਕੀ ਹੁੰਦੇ ਨੇ, ਕਿਸ ਤਰ੍ਹਾਂ ਪਤਾ ਲੱਗ ਸਕਦਾ ਵੀ ਇਹ ਪ੍ਰੋਬਲਮ ਸ਼ੁਰੂਆਤ ਹੋ ਰਹੀ ਹੈ? ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਸ਼ੁਰੂਆਤ ਵਿੱਚ ਵੀ ਦੱਸਿਆ, ਜਿਹੜੀ ਜੁਆਇੰਟ ਪੇਨ ਹੈ ਉਹ ਕਈ ਕਾਰਨ ਕਰਕੇ ਹੁੰਦੀ ਹੈ। ਅਨੀਮੀਆ, ਕਿਸੇ 'ਚ HB ਦੀ ਕਮੀ ਹੈ, ਕਿਸੇ ਨੂੰ ਥਾਇਰਾਇਡ ਹੈ, ਕਿਸੇ ਨੂੰ ਸ਼ੂਗਰ ਹੈ, ਤੇ ਜਿਹੜੀ ਹਰੇਕ ਨੂੰ ਹੀ ਹੋ ਸਕਦੀ ਹੁੰਦੀ ਹੈ। ਤੇ ਅੱਜ ਕੱਲ੍ਹ ਜਿਹੜੀ ਗਠੀਏ ਹੈ ਜਾਂ ਆਸਟੀਓਆਰਥਰਾਈਟਿਸ ਹੈ, ਆਸਟੀਓਆਰਥਰਾਈਟਿਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਕਾਰਟਿਲੇਜ ਕੱਸ ਕੇ ਹੌਲੀ ਹੌਲੀ ਹੱਡੀਆਂ ਆਪਸ 'ਚ ਜੁਆਇੰਟ ਰਗੜ ਖਾਣ ਲੱਗ ਜਾਂਦੇ ਆ, ਤੇ ਉਸ ਕਰਕੇ ਆਸਟੀਓਆਰਥਰਾਈਟਿਸ ਹੁੰਦੀ ਹੈ। ਅੱਜ ਕੱਲ੍ਹ ਇਹ ਨਹੀਂ ਹੈਗਾ ਵੀ ਆਪਣੇ ਬਜ਼ੁਰਗਾਂ ਨੂੰ ਹੀ ਹੋ ਸਕਦੀ ਹੈ, ਛੋਟੇ ਛੋਟੇ ਬੱਚਿਆਂ ਵਿੱਚ ਵੀ ਫੈਲ ਸਕਦੀ ਹੈ, ਕਿਉਂਕਿ ਅੱਜ ਕੱਲ੍ਹ ਬੱਚਿਆਂ ਦਾ ਫਿਜ਼ੀਕਲ ਵਰਕ ਬਹੁਤ ਘੱਟ ਚੁੱਕਾ ਹੈ। ਆਨਲਾਈਨ ਕਲਾਸਿਸ ਹੁੰਦੀਆਂ ਵਾ, ਬੱਚੇ ਮਾਂ-ਬਾਪ ਡਰਦੇ ਬੱਚਿਆਂ ਨੂੰ ਅੱਜ ਕੱਲ੍ਹ ਦੇ ਹਾਲਾਤ ਦੇ ਅਕੋਰਡਿੰਗ ਖੇਲਣ ਨਹੀਂ ਭੇਜਦੇ, ਬੱਚੇ ਬਾਹਰ ਦਾ ਬਹੁਤ ਜੰਕ ਫੂਡ ਖਾਣ ਲੱਗ ਗਏ ਹੈ। ਇਹਦੇ ਵਿੱਚ ਉਮਰ ਦਾ ਕੋਈ ਲਿਹਾਜ਼ ਨਹੀਂ, ਤੇ ਇਹਦੇ ਵਿੱਚ ਕੀ ਹੁੰਦੀ, ਸਿਰਫ ਪੇਨ ਹੀ ਹੁੰਦੀ ਹੈ, ਆਕੜਨ ਹੁੰਦੀ। ਲੇਕਿਨ ਗਠੀਏ ਵਿੱਚ ਕੀ ਹੁੰਦਾ ਵਾ, ਵੱਡੇ ਜੁਆਇੰਟਸ ਦੇ ਨਾਲ ਨਾਲ ਛੋਟੇ ਜੁਆਇੰਟਸ ਨੂੰ ਵੀ ਹੁੰਦੀ ਹੈ, ਤੇ ਇਹਦੇ ਨਾਲ ਆਕੜਨ ਵੀ ਹੁੰਦੀ ਹੈ, ਲਾਲਿਮਾ ਵੀ ਹੁੰਦੀ ਹੈ, ਤੇ ਗੋਡਿਆਂ 'ਚ ਸੂਜਨ ਵੀ ਆ ਜਾਂਦੀ ਹੈ, ਤੇ ਪੇਸ਼ੈਂਟ ਨੂੰ ਚੱਲਣ ਫਿਰਨ ਲੱਗੇ ਬਹੁਤ ਜ਼ਿਆਦਾ ਤਕਲੀਫ ਹੁੰਦੀ। ਦੇਖੋ ਮੈਮ, ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਇੱਕ ਏਜ ਲਿਮਟ ਹੁੰਦੀ ਸੀਗੀ ਵੀ 50 ਸਾਲ ਤੋਂ ਉੱਪਰ ਦੇ ਸ਼ਖਸਾਂ ਨੂੰ ਇਹ ਪ੍ਰੋਬਲਮ ਹੁੰਦੀ ਸੀਗੀ, ਹੁਣ ਛੋਟੇ ਬੱਚਿਆਂ ਨੂੰ ਵੀ ਹੋਣ ਲੱਗ ਗਈ ਹੈਗੀ। ਜਿਵੇਂ ਨਾ ਇੱਕ ਚੀਜ਼ ਮੈਂ ਬੜੀ ਦੇਖਦਾ ਹੁੰਦਾ ਗਾ, ਜਿਹੜੇ ਛੋਟੇ ਬੱਚੇ ਨੇ ਨਾ ਅੱਜ ਕੱਲ੍ਹ ਮਾਂ-ਬਾਪ ਕਹਿ ਦਿੰਦੇ ਨੇ, ਕਹਿੰਦੇ ਵੀ ਬਈ ਬੱਚੇ ਨੂੰ ਤਾਂ ਅਸੀਂ ਪੂਰੇ ਲਾਡਾ ਪਿਆਰਾਂ ਨਾਲ ਪਾਲਿਆ ਹੋਇਆ ਹੈਗਾ ਨਾ, ਜਿਵੇਂ ਜਦੋਂ ਬੱਚਾ ਬਾਹਰ ਜਾਂਦਾ ਕਦੇ ਪੀਜ਼ਾ ਖਵਾਤਾ, ਕਦੇ ਬਰਗਰ ਖਵਾਤਾ, ਮਤਲਬ ਜਿਹੜੀ ਬੱਚੇ ਨੇ ਡਿਮਾਂਡ ਕੀਤੀ ਉਹ ਪੂਰੀ ਕਰ ਦਿੰਦੇ ਨੇ। ਕਿ ਜਿਹੜੇ ਫਾਸਟ ਫੂਡ ਹੁੰਦਾ ਹੈ ਇਹ ਵੀ ਕਿਤੇ ਨਾ ਕਿਤੇ ਆਪਣੇ ਸਰੀਰ 'ਚ ਜਾ ਕੇ ਸਾਈਡ ਇਫੈਕਟ ਪੈਦਾ ਕਰਦਾ ਹੈਗਾ, ਜਾਂ ਇਹ ਜਿਵੇਂ ਜਿਹੜੇ ਇਹ ਚੀਜ਼ ਸਰੀਰ ਦੇ ਲਈ ਲਾਹੇਵੰਦ ਹੁੰਦਾ? ਦੇਖੋ, ਹਰੇਕ ਚੀਜ਼ ਦਾ ਇਫੈਕਟ ਵੀ ਹੁੰਦਾ, ਸਾਈਡ ਇਫੈਕਟ ਵੀ ਹੁੰਦਾ। ਜੇ ਤੁਸੀਂ ਹਫਤੇ 'ਚ ਇੱਕ ਅੱਧੀ ਵਾਰੀ ਉਹਨੂੰ ਟੇਸਟ ਦੇ ਅਕੋਰਡਿੰਗ ਖਾ ਲੈਂਦੇ ਹੋ ਤਾਂ ਉਹਦਾ ਕੋਈ ਫਰਕ ਨਹੀਂ ਪੈਂਦਾ, ਲੇਕਿਨ ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਤੇ ਬੱਚੇ ਦਾ ਤੁਹਾਨੂੰ ਮੈਂ ਦੱਸਿਆ ਅੱਗੇ, ਲੇਡੀਜ਼ ਵੀ ਕੀ ਕਰਦੀਆਂ ਸੀਗੀਆਂ, ਪੁਰਾਣੀਆਂ ਬਜ਼ੁਰਗਾਂ ਖੂਹ ਤੋਂ ਪਾਣੀ ਭਰ ਕੇ ਲੈ ਕੇ ਆਉਂਦੀਆਂ ਸੀ, ਹੱਥ ਨਾਲ ਕੱਪੜੇ ਧੋਂਦੀਆਂ ਸੀਗੀਆਂ, ਆਟਾ ਗੁੰਨਦੀਆਂ ਸੀਗੀਆਂ, ਬਰਤਨ ਕਰਦੀਆਂ ਸੀ। ਲੇਕਿਨ ਅੱਜ ਕੱਲ੍ਹ ਟਾਈਮ ਦੇ ਅਕੋਰਡਿੰਗ ਕੀ ਹੋ ਗਏ, ਬਰਤਨ ਧੋਣ ਵਾਲੀ ਮਸ਼ੀਨ ਆ ਗਈਆਂ, ਕੱਪੜੇ ਧੋਣ ਵਾਲੀ ਮਸ਼ੀਨਾਂ ਆ ਗਈਆਂ, ਘਰ ਘਰ ਮੋਟਰ ਲੱਗੀ ਹੋਈ ਹੈ, ਜਿਸ ਕਰਕੇ ਲੇਡੀਜ਼ ਦਾ ਵੀ ਫਿਜ਼ੀਕਲ ਵਰਕ ਬਹੁਤ ਘਟ ਰਿਹਾ। ਨਾਲ ਬੱਚਿਆਂ ਦੇ ਬੱਚੇ ਹੈਲਦੀ ਫੂਡ ਬਿਲਕੁਲ ਨਹੀਂ ਖਾਂਦੇ, ਦੁੱਧ ਉਹਨਾਂ ਨੂੰ ਪਸੰਦ ਹੀ ਨਹੀਂ ਆਉਂਦਾ। ਜੰਕ ਫੂਡ ਵੱਲ ਕੁਛ ਮਾਵਾਂ ਦਾ ਵੀ ਕਸੂਰ ਹੁੰਦਾ ਵੀ ਕੁਛ ਬਣਾਉਣ ਦੇ ਆਲਸ ਕਰਕੇ ਉਹ ਬੱਚਿਆਂ ਨੂੰ ਬਾਹਰ ਦਾ, ਕਿਉਂਕਿ ਦੇਖੋ ਬਾਜ਼ਾਰ ਦਾ ਫੂਡ ਬਹੁਤ ਜ਼ਿਆਦਾ ਸਸਤਾ ਪੈਂਦਾ, ਮਿਹਨਤ ਘੱਟ ਜਾਂਦੀ ਹੈ। ਇੱਕ 20 ਰੁਪਏ ਦੇ ਬਰਗਰ ਨਾਲ ਸਭ ਦਾ ਫੈਮਿਲੀ ਦਾ ਆਪਾਂ ਪੇਟ ਭਰ ਸਕਦੇ ਹੁੰਦੇ। ਇਸ ਕਰਕੇ ਬਾਹਰ ਦੇ ਇਫੈਕਟ ਜਿਹੜਾ ਬਹੁਤ ਜ਼ਿਆਦਾ ਹੁੰਦਾ ਜੁਆਇੰਟ ਪੇਨ 'ਚ। ਬੱਚਿਆਂ ਦਾ ਖੇਲਣਾ ਕੁੱਦਣਾ ਬਿਲਕੁਲ ਹੀ ਬੰਦ ਹੋ ਚੁੱਕਾ ਹੈ, ਕੱਚੀਆਂ ਸੜਕਾਂ, ਕੱਚੇ ਖੇਤ ਸਭ ਚੱਕੇ ਗਏ ਹੈ, ਜਿਸ ਕਰਕੇ ਬੱਚੇ ਬਾਹਰ ਖੇਲਣ ਨਹੀਂ ਜਾਂਦੇ, ਤੇ ਤਿਵੇਂ ਤਿਵੇਂ ਰੋਗ ਵਧੀ ਤੁਰਿਆ ਜਾਂਦਾ ਹੈ। ਮੈਮ, ਫਿਰ ਜਿਹੜੀ ਗਠੀਏ ਦੀ ਦਿੱਕਤ ਹੈਗੀ, ਗਠੀਏ ਦੀ ਪ੍ਰੋਬਲਮ ਹੈਗੀ, ਜਾਂ ਫਿਰ ਜੁਆਇੰਟ ਪੇਨ ਦੀ ਜਿਹੜੀ ਪ੍ਰੋਬਲਮ ਹੈਗੀ, ਇਹ ਫਿਰ ਪੀੜ੍ਹੀ ਤੋਂ ਪੀੜ੍ਹੀ ਵੀ ਜਾ ਸਕਦੀ ਹੈਗੀ? ਯੈਸ, ਇਹ ਹੈਰੀਡਿਟੀ ਪ੍ਰੋਬਲਮ ਵੀ ਹੁੰਦੀ ਹੈ, ਕਈ ਵਾਰੀ ਪੀੜ੍ਹੀ ਦਰ ਪੀੜ੍ਹੀ ਵੀ ਇਹ ਬਿਮਾਰੀ ਚੱਲਦੀ ਹੈਗੀ। ਮੈਮ, ਜਿਵੇਂ ਨਾ ਅਕਸਰ ਇੱਕ ਗੱਲ ਮੈਂ ਦੇਖਦਾ ਹੁੰਦਾ, ਕਹਿੰਦੇ ਕਿਸੇ ਸ਼ਖਸ ਦੇ ਹੁੰਦਾ, ਜਿਵੇਂ ਕੋਈ ਅੱਜ ਕੱਲ੍ਹ ਵਿਰਧ ਸਰੀਰ ਹੁੰਦੇ ਨੇ, ਕਿ ਜੁਆਇੰਟ ਪੇਨ ਕਾਫੀ ਜ਼ਿਆਦਾ ਵੱਧ ਜਾਂਦਾ ਹੈਗਾ, ਗੋਡੇ ਦਰਦ ਕਰਨ ਲੱਗ ਜਾਂਦੇ ਨੇ, ਤੁਰਿਆ ਫਿਰਿਆ ਨਹੀਂ ਜਾਂਦਾ, ਤਾਂ ਉਹ ਜੋ ਡਾਕਟਰ ਤੋਂ ਚੈੱਕਅਪ ਕਰਾਉਂਦੇ, ਡਾਕਟਰ ਸਾਹਿਬ ਨਾਲ ਦੀਆਂ ਲਿਖ ਕੇ ਦੇ ਦਿੰਦੇ ਨੇ ਕਿ ਕਹਿੰਦੇ ਭਾਈ ਤੇਰਾ ਤਾਂ ਆਪਰੇਸ਼ਨ ਹੋਊਗਾ, ਗੋਡਾ ਚੇਂਜ ਹੋਊਗਾ, ਤੇਰਾ ਜਿਹੜਾ ਜੁਆਇੰਟ ਪੇਨ ਵੀ ਹਟ ਜੂਗਾ, ਨਾਲੇ ਤੂੰ ਤੁਰਨ ਫਿਰਨ ਲੱਗ ਜਾ। ਕੀ ਜਿਹੜਾ ਇਹ ਜੁਆਇੰਟ ਪੇਨ ਵਾਲਾ ਪੇਸ਼ੈਂਟ ਹੈ ਉਹਨੂੰ ਆਪਰੇਟ ਕਰਾਉਣਾ ਚਾਹੀਦਾ? ਦੇਖੋ, ਜਦੋਂ 4th ਸਟੇਜ ਆ ਜਾਂਦੀ ਹੈ, ਜਦੋਂ ਆਪਾਂ ਬਿਮਾਰੀ ਸ਼ੁਰੂ ਹੁੰਦੀ ਹੈ, ਆਪਾਂ ਸ਼ੁਰੂਆਤ ਵਿੱਚ ਵੀ ਕਿਸੇ ਹਸਪੀਟਲ 'ਚ ਕਿਸੇ ਡਾਕਟਰ ਕੋਲ ਚਲੇ ਜਾਂਦੇ, ਉਹਦਾ ਡਾਇਗਨੋਸ ਪ੍ਰੋਪਰ ਬਣ ਜਾਂਦਾ, ਤਾਂ ਫਿਰ ਆਪਰੇਸ਼ਨ ਤੋਂ ਬਚਿਆ ਜਾ ਸਕਦਾ ਹੈ। ਜੇ ਆਪਾਂ 4ਥੀ ਸਟੇਜ ਵਿੱਚ ਆ ਕੇ ਹੀ ਡਾਕਟਰ ਨੂੰ ਕਹਾਂਗੇ ਜੀ ਮੇਰੇ ਤਾਂ ਗੋਡੇ ਬਚਾ ਲਓ, ਤਾਂ ਉੱਥੇ ਪ੍ਰੋਬਲਮ ਹੋ ਜਾਂਦੀ। ਲੇਕਿਨ ਆਯੁਰਵੇਦ ਵਿੱਚ ਅਸੀਂ ਹੌਲੀ ਹੌਲੀ ਡਾਇਗਨੋਸ ਬਣਾ ਕੇ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਉਸ ਬਿਮਾਰੀ ਨੂੰ ਕੰਟਰੋਲ ਕਰਨ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕਰੀਦੀ ਹੈ। ਜੀ ਮੈਮ, ਜਿਵੇਂ ਅੱਜ ਕੱਲ੍ਹ ਆਪਾਂ ਖਾਣਾ ਪੀਣਾ ਖਾਂਦੇ ਹਾਂ ਨਾ, ਵੈਸੇ ਤਾਂ ਜਿਵੇਂ ਅਕਸਰ ਕਿਹਾ
ਜਾਂਦਾ, ਕਹਿੰਦੇ ਅੱਜ ਕੱਲ੍ਹ ਜਿਹੜਾ ਖਾਣਾ ਪੀਣਾ ਗਾ ਉਹ ਵੀ ਮਿਲਾਵਟ ਵਾਲਾ ਹੋ ਚੁੱਕਿਆ ਨਾ, ਜਿਹੜਾ ਸ਼ੁੱਧ ਨਹੀਂ ਆ ਰਿਹਾ ਮਿਲ ਰਿਹਾ ਫਿਰ ਵੀ। ਪਰ ਜੇਕਰ ਗੱਲ ਕਰੀਏ ਜਿਹੜਾ ਅੱਜ ਕੱਲ੍ਹ ਦਾ ਜਿਹੜਾ ਖਾਣਾ ਪੀਣਾ ਕਿ ਉਹ ਵੀ ਜੁਆਇੰਟ ਪੇਨ ਜਿਹੜਾ ਹੈਗਾ ਗਾ ਉਹਨਾਂ ਨੂੰ ਪੈਦਾ ਕਰਦਾ ਗਾ, ਜਿਹੜਾ ਗੋਡੇ ਦਰਦ ਹੈਗੇ ਖਾਣੇ ਪੀਣ ਨਾਲ ਵੱਧ ਰਹੇ ਨੇ। ਅਗਰ ਤੁਸੀਂ ਫਾਈਬਰ ਫੂਡਸ ਜ਼ਿਆਦਾ ਲੈਂਦੇ ਹੋ, ਹਾਈ ਫਾਈਬਰ, ਅਗਰ ਤੁਸੀਂ ਜੰਕ ਫੂਡ ਜ਼ਿਆਦਾ ਖਾਂਦੇ ਹੋ, ਅਗਰ ਤੁਸੀਂ ਹੈਲਦੀ ਫੂਡ ਨਹੀਂ ਖਾਂਦੇ ਤਾਂ ਉਹਦੇ ਨਾਲ ਜੁਆਇੰਟ ਪੇਨ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ। ਇਸ ਕਰਕੇ ਹੈਲਦੀ ਡਾਈਟ ਜ਼ਰੂਰ ਲੈਣੀ ਚਾਹੀਦੀ ਹੈ ਆਪਣੇ ਭੋਜਨ ਵਿੱਚ। ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਵੀ ਕਮੀ ਹੁੰਦੀ ਹੈ ਜਿਹਦੇ ਕਰਕੇ ਜੁਆਇੰਟਸ ਪੇਨ ਵੱਧ ਰਹੀਆਂ। ਜਦੋਂ ਤੁਹਾਡੀ ਸ਼ੁਰੂਆਤੀ ਹੀ ਪੇਨ ਹੁੰਦੀ ਹੈ ਉਦੋਂ ਤੁਹਾਨੂੰ ਡਾਕਟਰ ਕੋਲ ਜਾ ਕੇ ਆਪਣਾ ਡਾਇਗਨੋਸ ਪ੍ਰੋਪਰ ਬਣਾਉਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਗੋਡੇ ਵੀ ਬਚ ਸਕਣ ਤੇ ਤੁਸੀਂ ਆਪਰੇਸ਼ਨ ਤੋਂ ਵੀ ਬਚ ਸਕੋ। ਗਠੀਏ ਦੀ ਗੱਲ ਕਰੀ ਸੀ ਆਪਾਂ ਸ਼ੁਰੂਆਤੀ ਦੇ ਵਿੱਚ, ਹੈ ਨਾ, ਵੀ ਗਠੀਏ ਜਿਹੜੀ ਪ੍ਰੋਬਲਮ ਹੁੰਦੀ ਹੈ, ਕਿਸ ਤਰ੍ਹਾਂ ਪ੍ਰੋਬਲਮ ਹੁੰਦੀ ਹੈ, ਕੀ ਸਿੰਪਟਮ ਹੁੰਦੇ ਨੇ ਉਹਦੇ। ਪਰ ਜੇਕਰ ਬਚਣਾ ਹੋਵੇ ਉਹ ਬਿਮਾਰੀ ਤੋਂ, ਜਾਂ ਫਿਰ ਕਹਦੇ ਜਿਵੇਂ ਮੰਨ ਲਓ ਫੋਰ ਐਗਜ਼ਾਮਪਲ ਮੰਨ ਲਓ ਜਿਹੜੇ ਤੁਸੀਂ ਸਿੰਪਟਮ ਦੱਸੇ ਨੇ ਕਿ ਵੀ ਕਿਸੇ ਸ਼ਖਸ ਨੂੰ ਆ ਰਹੇ ਹੋਣ, ਉਹਦੇ ਮਨ 'ਚ ਸਵਾਲ ਹੋਊਗਾ ਯਾਰ ਵੀ ਮੈਂ ਕਿਵੇਂ ਬਚ ਸਕਦਾ ਇਹ ਚੀਜ਼ਾਂ ਤੋਂ ਨਾ, ਕਿਉਂਕਿ ਹਰ ਇੱਕ ਸ਼ਖਸ ਇੰਨਾ ਕਿਸੇ ਦੀ ਨਹੀਂ ਗੁੰਜਾਇਸ਼ ਹੁੰਦੀ ਵੀ ਕਿਸੇ ਡਾਕਟਰ ਕੋਲ ਜਾ ਸਕੇ ਜਾਂ ਫਿਰ ਕਿਤੇ ਤੁਰ ਕੇ ਜਾ ਸਕੇ, ਕਿਉਂਕਿ ਜਿਹੜੀ ਗਠੀਏ ਦੀ ਪ੍ਰੋਬਲਮ ਨਾਲ ਕਈ ਵਾਰ ਬੰਦੇ ਦਾ ਸਰੀਰ ਖੜ ਜਾਂਦਾ ਹੁੰਦਾ ਹੈਗਾ। ਫਿਰ ਬਚਾਅ ਕੀ ਨੇ ਉਹ ਚੀਜ਼ ਦੇ, ਜੇਕਰ ਬੰਦਾ ਮਤਲਬ ਘਰੇ ਬੈਠਾ ਹੈਗਾ ਤਕਲੀਫ ਦੇ ਵਿੱਚ ਹੈ, ਬਚਾਅ ਕਿਸ ਤਰ੍ਹਾਂ ਹੋ ਸਕਦਾ ਹੈ? ਦੇਖੋ, ਪਹਿਲਾਂ ਨੂੰ ਆਪਾਂ ਨੂੰ ਬਹੁਤ ਸਸਤਾ ਟੈਸਟ ਹੈ, 50 ਜਾਂ 60 ਰੁਪਏ ਦਾ। ਆਪਾਂ ਨੂੰ ਯੂਰਿਕ ਟੈਸਟ, ਜਿਹੜਾ ਯੂਰਿਕ ਐਸਿਡ ਦਾ ਟੈਸਟ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ। ਉਸ ਤੋਂ ਬਾਅਦ ਆਪਾਂ ਨੂੰ ਡਾਕਟਰ ਕੋਲੋਂ ਇੱਕ ਐਕਸਰੇ ਵੀ, ਦੇਖੋ ਜਿਹੜਾ ਇਹਦਾ ਡਾਇਗਨੋਜ਼ ਹੈ ਨਾ ਉਹ ਡਾਕਟਰ ਕੋਲ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਲੇਕਿਨ ਇਹਦੇ ਨਾਲ ਘਰੇਲੂ ਉਪਾਅ ਵੀ, ਜਦੋਂ ਆਪਾਂ ਨੂੰ ਪਤਾ ਹੀ ਲੱਗ ਜਾਏਗਾ ਵੀ ਇਹ ਆਮ ਗਠੀਆ ਰੋਗ ਹੈ ਜਾਂ ਆਪਾਂ ਨੂੰ ਕਹਿ ਦਿੰਦੇ ਆਸਟੀਓਆਰਥਰਾਈਟਿਸ, ਜਿਵੇਂ ਮੈਂ ਪੁੱਛਿਆ ਇਹ ਥਾਇਰਾਇਡ ਕਰਕੇ ਹੈ, ਇਹ ਸ਼ੂਗਰ ਕਰਕੇ ਹੈ। ਜੇ ਆਪਾਂ ਨੂੰ ਆਮ ਪਤਾ ਲੱਗ ਜਾਏ ਕਿ ਗਠੀਆ, ਇਹਦੇ ਥੋੜ੍ਹੇ ਮੈਂ ਜਿਹੜੇ ਘਰੇਲੂ ਉਪਾਅ ਦੱਸਦੀ ਹਾਂ। ਤੁਸੀਂ ਦੁੱਧ ਜਿਹੜਾ ਵਾ ਉਹਦੇ ਵਿੱਚ ਹਲਦੀ ਪਾ ਕੇ ਲੈ ਸਕਦੇ ਹੋ। 1.5 ਕੱਪ ਤੁਸੀਂ ਮੇਥੀ ਦੀ ਟੀ ਬਣਾ ਸਕਦੇ ਹੋ। 1.5 ਕੱਪ ਪਾਣੀ ਦਾ ਲਓ, ਉਹਦੇ 'ਚ 1 ਚਮਚ ਮੇਥੀ ਦਾਣਾ ਰਾਤ ਨੂੰ ਭਿਗੋ ਦਿਓ, ਉਸ ਨੂੰ ਸਵੇਰੇ ਤੁਸੀਂ ਉਬਾਲਣਾ ਸ਼ੁਰੂ ਕਰੋ। ਜਦੋਂ ਇਹ 1 ਕੱਪ ਰਹਿ ਜਾਏਗਾ ਤਾਂ ਉਸ ਨੂੰ ਤੁਸੀਂ ਪੀਣਾ ਸ਼ੁਰੂ ਕਰੋ। ਹੌਲੀ ਹੌਲੀ ਤੁਹਾਨੂੰ ਇਸ ਨਾਲ ਬਹੁਤ ਫਰਕ ਪਏਗਾ। ਤੁਸੀਂ ਗਰਮ ਪਾਣੀ, ਜਿਹੜੇ ਸੈਂਦਾ ਨਮਕ ਪਾਓ, ਉਹਦੇ ਵਿੱਚ ਇੱਕ ਤੌਲੀਆ ਲੈ ਕੇ ਨਿਚੋੜ ਲਓ। ਉਸ ਤੌਲੀਏ ਨੂੰ ਜਦੋਂ ਤੁਸੀਂ ਸੇਕ ਦਿਓਗੇ ਤਾਂ ਉਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਰਿਲੀਫ ਮਿਲੇਗਾ। ਤੁਸੀਂ ਇੱਕ ਰੇਤ ਦੀ ਪੋਟਲੀ ਬਣਾ ਲਓ, ਉਹਦੇ 'ਚ ਰੇਤ ਭਰ ਕੇ ਉਹਨੂੰ ਗਰਮ ਕਰਕੇ ਤਾਂ ਉਹਦੀ ਸਿਕਾਈ ਕਰਨੀ ਸ਼ੁਰੂ। ਇਹ ਨਿੱਕੇ ਜਿਵੇਂ ਅਦਰਕ ਹੈ, ਅਦਰਕ ਬਹੁਤ ਜ਼ਿਆਦਾ ਆਪਾਂ ਨੂੰ ਫਾਇਦਾ ਦਿੰਦਾ ਹੈਗਾ ਵਾ। ਜਿਹਨੂੰ ਸੌਂਠ ਵੀ ਕਹਿੰਦੇ ਆ। ਤੁਸੀਂ ਅਰੰਡ ਦਾ ਤੇਲ ਲਓ, ਉਹਦੇ 'ਚ ਸੌਂਠ ਰਾਤ ਨੂੰ ਮਿਲਾ ਕੇ ਸਵੇਰੇ ਉਹਦਾ ਲੇਪ ਕਰੋ। ਇਹ ਛੋਟੇ ਉਪਾਅ ਹੈ ਜਿਹੜੇ ਲੋਕ ਨਹੀਂ ਜਾ ਸਕਦੇ, ਲੇਕਿਨ ਪਰ ਡਾਇਗਨੋਸ ਹੋਣਾ ਬਹੁਤ ਜ਼ਰੂਰੀ ਹੈ ਕਿ ਇਹ ਗਠੀਆ ਹੈ, ਆਮ ਦਰਦ ਹੈ, ਥਾਇਰਾਇਡ ਕਰਕੇ ਹੋ ਰਿਹਾ ਹੈ, ਸ਼ੂਗਰ ਕਰਕੇ ਹੋ ਰਿਹਾ ਹੈ, ਕਿਸ ਪ੍ਰੋਬਲਮ ਕਰਕੇ ਹੋ ਰਿਹਾ। ਜਦੋਂ ਤੁਹਾਨੂੰ ਪ੍ਰੋਬਲਮ ਹੀ ਪਤਾ ਲੱਗ ਜਾਏਗੀ ਤਾਂ ਫਿਰ ਇਹ ਨਿੱਕੇ ਉਪਾਅ ਨਾਲ ਤੁਸੀਂ ਬਚ ਸਕਦੇ ਹੋ। ਮੈਮ ਵੈਸੇ ਤੁਸੀਂ ਘਰੇਲੂ ਨੁਕਤੇ ਦੱਸ ਹੀ ਦਿੱਤੇ ਨੇ, ਹੈ ਨਾ, ਵੀ ਜਿਹੜੇ ਮਤਲਬ ਘਰੇ ਬੈਠੇ ਬੰਦਾ ਕਿਸ ਤਰ੍ਹਾਂ ਬਚਾ ਕਰ ਸਕਦਾ ਇਸ ਚੀਜ਼ ਤੋਂ। ਪਰ ਜੇਕਰ ਆਪਾਂ ਆਯੁਰਵੈਦ ਦੀ ਗੱਲ ਕਰੀਏ ਕਿ ਵਾਕਈ ਆਯੁਰਵੈਦ ਦੇ ਵਿੱਚ ਗਠੀਏ ਦਾ ਪ੍ਰੋਪਰ ਪੱਕਾ ਇਲਾਜ ਹੈ? ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਜਦੋਂ ਆਪਾਂ 4th ਸਟੇਜ 'ਤੇ ਆ ਕੇ ਡਾਕਟਰ ਨੂੰ ਕਹਾਂਗੇ ਜੀ ਸਾਡਾ ਇਲਾਜ ਕਰੋ ਤਾਂ ਉੱਥੇ ਥੋੜ੍ਹੀ ਜਿਹੀ ਪ੍ਰੋਬਲਮ ਆ ਜਾਂਦੀ। ਲੇਕਿਨ ਸ਼ੁਰੂਆਤੀ ਜਿਹੜੀਆਂ ਸਟੇਜਸ ਹੁੰਦੀਆਂ, ਤੁਸੀਂ ਆਪਣਾ ਡਾਇਗਨੋਸ ਬਣਾ ਕੇ ਪ੍ਰੋਪਰ ਡਾਕਟਰ ਕੋਲ ਜਾ ਕੇ ਇਹਦੇ ਥੋੜ੍ਹੇ ਜਿਹੇ ਟੈਸਟ ਕਰਵਾ ਕੇ ਤੁਸੀਂ ਇਸ ਤੋਂ ਰੋਗ ਤੋਂ ਬਹੁਤ ਬਚ ਸਕਦੇ ਹੋ। ਜਿਸ ਤਰ੍ਹਾਂ ਇਹਦੇ 'ਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਅਰੰਡ ਦਾ ਤੇਲ ਹੈ। ਇੱਕ ਰੋਟੀ ਲੈ ਲਓ ਤੁਸੀਂ, ਜਿਹੜੀ ਇੱਕ ਪਾਸੋਂ ਨੂੰ ਸੇਕ ਲਓ, ਉਸ ਦੇ ਉੱਪਰ ਅਰੰਡ ਦਾ ਤੇਲ ਲਗਾ ਕੇ ਤੁਸੀਂ ਜਦੋਂ ਉਹਦਾ ਗੋਡਿਆਂ 'ਤੇ ਲੇਪ ਕਰਦੇ, ਹਲਦੀ ਮਿਲਾ ਕੇ ਉਹਦੇ ਵੀ ਹੈ। ਇਹ 'ਚ ਅਸ਼ਵਗੰਧਾ ਬਹੁਤ ਫਾਇਦਾ ਕਰਦੀ ਹੈ। ਇਹ 'ਚ ਗੁੱਗਲ ਕਈ ਤਰ੍ਹਾਂ ਦੀ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ। ਨਿਰਗੁੰਡੀ ਹੈ। ਇਸ ਤਰ੍ਹਾਂ ਦੀਆਂ ਆਯੁਰਵੇਦ ਦੇ ਨਾਲ ਅਸੀਂ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ, ਪਰ ਸਾਨੂੰ ਪੇਸ਼ੈਂਟ ਕਾਹਲੇ ਪੈ ਜਾਂਦੇ ਆ, ਥੋੜ੍ਹਾ ਜਿਹਾ ਵਕਤ ਚਾਹੀਦਾ ਹੁੰਦਾ ਹੈ, ਜਿਸ ਕਰਕੇ ਹੌਲੀ ਪੇਸ਼ੈਂਟ ਨੂੰ ਰਿਲੀਫ ਮਿਲਣਾ ਸ਼ੁਰੂ ਹੋ ਜਾਂਦਾ ਹੈ। ਕਿੰਨਾ ਕੁ ਟਾਈਮ ਪੀਰੀਅਡ ਚਾਹੀਦਾ ਹੁੰਦਾ ਇਸ ਬਿਮਾਰੀ ਨੂੰ ਕਵਰ ਕਰਨ ਵਾਸਤੇ? ਕਿਉਂਕਿ ਜਿੱਦ ਤੱਕ ਮੋਸਟਲੀ ਜਿੰਨੀ ਕੁ ਮੈਨੂੰ ਗਿਆਨ ਹੈ ਇਹ ਚੀਜ਼ਾਂ ਦਾ, ਕਿਉਂਕਿ ਮੈਂ ਇੱਕ ਪੇਸ਼ੈਂਟ ਨੂੰ ਮੈਂ ਮਿਲਿਆ ਸੀ ਪਿੱਛੇ ਜੇ, ਉਹਨਾਂ ਨੂੰ ਮੈਨੂੰ ਦੱਸ ਰਹੇ ਸੀ, ਕਹਿੰਦੇ ਕਾਫੀ ਲੰਮਾ ਸਮਾਂ ਹੋ ਚੁੱਕਿਆ ਹੈਗਾ ਬੈੱਡ 'ਤੇ ਪਿਆ ਨੂੰ ਗਠੀਏ ਦੀ ਦਿੱਕਤ ਨਾਲ, ਕੋਈ ਪ੍ਰੋਪਰ ਟਰੀਟਮੈਂਟ ਵੀ ਨਹੀਂ ਮਿਲਿਆ ਉਹਨਾਂ ਨੂੰ, ਕੰਸਲਟ ਵੀ ਕਰਿਆ ਕਈ ਡਾਕਟਰਾਂ ਨਾਲ, ਕੋਈ ਸੋਲਿਊਸ਼ਨ ਨਹੀਂ ਮਿਲਿਆ ਹੈਗਾ। ਕਿੰਨਾ ਕੁ ਟਾਈਮ ਪੀਰੀਅਡ ਲੱਗ ਸਕਦਾ ਹੈਗਾ ਤੁਹਾਡੇ ਅਕੋਰਡਿੰਗ ਜੇਕਰ ਦੇਖਿਆ ਜਾਵੇ ਤਾਂ? ਜੇ ਮੰਨ ਲਓ ਕੋਈ 4th ਸਟੇਜ 'ਤੇ ਆ ਚੁੱਕਿਆ ਹੈਗਾ ਪੇਸ਼ੈਂਟ ਜਾਂ ਸ਼ੁਰੂਆਤੀ ਦੌਰ ਦੇ ਵਿੱਚ ਤੁਹਾਡੇ ਨਾਲ ਕੋਈ ਕੰਸਲਟ ਕਰ ਰਿਹਾ ਹੈਗਾ, ਕਿੰਨੇ ਕੁ ਸਮਾਂ ਚਾਹੀਦਾ ਉਹਨੂੰ ਕਵਰ ਕਰਨ ਵਾਸਤੇ? ਦੇਖੋ, 3 ਤੋਂ 6 ਮਹੀਨੇ ਚਾਹੀਦੇ ਹੁੰਦੇ। ਫਿਜ਼ੀਓਥੈਰੇਪੀ ਪਲੱਸ ਆਯੁਰਵੈਦਿਕ ਮੈਡੀਸਨ ਪਲੱਸ ਕੋਈ ਪੇਸ਼ੈਂਟ ਦਾ ਜੰਕ ਫੂਡ। ਤੁਸੀਂ ਬਦਾਮ ਰਾਤ ਨੂੰ ਪਿਓ, 2 ਅਖਰੋਟ ਤੇ 5 ਬਦਾਮ ਸਵੇਰੇ ਉੱਠ ਕੇ ਉਹ ਖਾਓ। ਓਮੈਗਾ 3 ਫੈਟੀ ਐਸਿਡ ਜਿਹੜੇ ਆਪਣੇ ਅਲਸੀ ਦੇ ਤੇਲ, ਅਲਸੀ ਦੇ ਬੀਜ ਵਿੱਚ ਬਹੁਤ ਜ਼ਿਆਦਾ ਹੁੰਦੇ ਆ। ਕੈਲਸ਼ੀਅਮ, ਵਿਟਾਮਿਨ ਡੀ ਲਓ ਤੁਸੀਂ। ਇਹਦੇ ਜਦੋਂ ਹੌਲੀ ਤੁਸੀਂ ਬਿਲਕੁਲ ਅਕੋਰਡਿੰਗ ਟੂ ਡਾਕਟਰ ਚੱਲਦੇ ਆ ਤੇ ਇਹਦਾ ਸਾਨੂੰ ਕੰਟਰੋਲ ਕਰਨਾ ਬਹੁਤ ਈਜ਼ੀ ਹੋ
ਜਾਂਦਾ ਹੈ, ਲੇਕਿਨ ਪ੍ਰੋਪਰ ਠੀਕ ਹੋਣ ਵਾਸਤੇ ਪੇਸ਼ੈਂਟ ਨੂੰ 3 ਤੋਂ 6 ਮਹੀਨੇ ਬਹੁਤ ਜ਼ਰੂਰੀ ਹੁੰਦੇ ਨੇ। ਮੈਮ ਤੁਸੀਂ ਫਿਜ਼ੀਓਥੈਰੇਪੀ ਦੀ ਗੱਲ ਕਰੀ ਹੈ ਨਾ, ਫਿਜ਼ੀਓਥੈਰੇਪੀ ਜੇਕਰ ਆਪਾਂ ਅੱਜ ਦੀ ਗੱਲ ਕਰ ਲਈਏ ਦੇ ਜ਼ਮਾਨੇ ਵਿੱਚ, ਮੈਨੂੰ ਲੱਗਦਾ ਜੇਕਰ ਕਿਸੇ ਨੇ ਇੱਕ ਦਿਨ 'ਚ ਕਰਾਉਣੀ ਹੋਵੇ ਫਿਜ਼ੀਓਥੈਰੇਪੀ ਤਾਂ ਮੇਰੇ ਖਿਆਲ ਨਾਲ ਇੱਕ ਵਾਰ ਦਾ 500 ਤੋਂ 700 ਰੁਪਇਆ ਲੈਂਦੇ ਨੇਗੇ ਉਹ। ਪਰ ਇਹ ਐਕਸਪੈਂਸਿਵ ਬਹੁਤ ਜ਼ਿਆਦਾ ਨਹੀਂ, ਤੁਹਾਨੂੰ ਨਹੀਂ ਲੱਗ ਰਿਹਾ ਬਹੁਤ ਜ਼ਿਆਦਾ ਪੈ ਰਹੀ ਹੈ? ਕਿਉਂਕਿ ਹਰ ਇੱਕ ਸ਼ਖਸ ਦੀ ਇੰਨੀ ਗੁੰਜਾਇਸ਼ ਨਹੀਂ ਹੁੰਦੀ ਵੀ ਹਰ ਰੋਜ਼ ਜਾ ਕੇ ਜਾਂ ਫਿਰ ਵੀਕ ਦੇ ਵਿੱਚ 2 ਜਾਂ 3 ਜਾਂ 4 ਵਾਰੀ ਜਿੰਨੇ ਵਾਰੀ ਵੀ ਜਾ ਕੇ ਉਹ ਕਰਾਊਗਾ ਤਾਂ ਕਾਫੀ ਜ਼ਿਆਦਾ ਐਕਸਪੈਂਸਿਵ ਪੈ ਜਾਂਦਾ ਹੈਗਾ ਇਹ। ਫਿਰ ਇਹਦਾ ਕੋਈ ਹੋਰ ਸੋਲਿਊਸ਼ਨ ਹੈ? ਕੋਈ ਘਰ ਦੇ ਵਿੱਚ ਬਹਿ ਕੇ ਕੋਈ ਅਗਰ ਕੋਈ ਥੈਰੇਪੀ ਕਿਸ ਤਰ੍ਹਾਂ ਦੀ ਐਕਸਰਸਾਈਜ਼ ਕਰਨੀ ਚਾਹੁੰਦਾ ਹੋਵੇ ਤਾਂ ਕੋਈ ਹੋਰ ਸੋਲਿਊਸ਼ਨ ਹੈ ਇਸ ਚੀਜ਼ ਦਾ? ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣੇ ਦੱਸਿਆ ਸੀ, ਐਰੰਡ ਦਾ ਤੇਲ ਲਓ, ਉਹਦੇ 'ਚ ਸੌਂਠ ਦਾ ਪਾਊਡਰ ਮਿਲਾ ਕੇ ਤੁਸੀਂ ਉਹਨੂੰ ਲੇਪ ਲਗਾ ਲਓ। ਜਿਸ ਤਰ੍ਹਾਂ ਇਸ ਤੋਂ ਪਹਿਲਾਂ ਮੈਂ ਦੱਸਿਆ ਸੀ, ਇੱਕ ਰੋਟੀ ਲੈ ਕੇ ਇੱਕ ਪਾਸੋਂ ਨੂੰ ਸੇਕ ਲਓ, ਉਹਦੇ ਉੱਪਰ ਹਲਦੀ, ਐਰੰਡ ਤੇ ਤਿਲ ਦੇ ਤੇਲ ਦਾ ਉਹਨੂੰ ਰੋਟੀ ਨੂੰ ਤੁਸੀਂ ਬੰਨ੍ਹ ਲਓ। ਜਿਸ ਤਰ੍ਹਾਂ ਮੈਂ ਰੇਤ ਵਾਲੀ ਦੱਸੀ ਸੀ, ਪੋਟਲੀ ਵਾਲਾ ਦੱਸਿਆ ਇਸ ਤੋਂ ਪਹਿਲਾਂ ਵੀ, ਉਹ ਵਾਲਾ ਕਰੋ। ਸੈਂਦਾ ਨਮਕ ਦਾ ਤੌਲੀਆ ਭਿਗੋ ਕੇ ਉਹਨੂੰ ਪਾਣੀ ਵਿੱਚ, ਗਰਮ ਪਾਣੀ 'ਚ ਭਿਗੋ ਕੇ ਉਸ ਤੌਲੀਏ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਉਹਦੀ ਸਿਕਾਈ ਕਰੋ ਤਾਂ ਹੌਲੀ ਹੌਲੀ ਇਹ ਚੀਜ਼ਾਂ ਕੰਟਰੋਲ 'ਚ ਆਉਣੀਆਂ ਸ਼ੁਰੂ ਹੋ ਜਾਂਦੀ ਹੈ। ਲੇਕਿਨ ਤੁਹਾਨੂੰ ਜਦੋਂ ਹੀ ਲੱਛਣ ਪਤਾ ਲੱਗਦੇ ਆ, ਸ਼ੁਰੂਆਤੀ ਤੌਰ 'ਚ ਡਾਕਟਰ ਕੋਲ ਜਾਓ ਤਾਂ ਕਿ ਤੁਹਾਡੇ ਅਨੇਕ ਖਰਚੇ ਬਚ ਸਕਣ, ਡਾਕਟਰ ਤੁਹਾਡਾ ਘੱਟ ਪੈਸਿਆਂ 'ਚ ਪੂਰਾ ਟ੍ਰੀਟਮੈਂਟ ਕਰਵਾ ਸਕੇ। ਬਿਲਕੁਲ ਮੈਮ, ਅਖੀਰ ਦੇ ਵਿੱਚ ਦਰਸ਼ਕ ਵੀਰ ਸਾਡੇ ਨਾਲ ਜੁੜੇ ਹੋਣਗੇ, ਵੀਡੀਓ ਦੇ ਨਾਲ ਕਈ ਕਮੈਂਟ ਵੀ ਕਰ ਰਹੇ ਹੋਣਗੇ ਨਾ, ਕੁਝ ਕੁ ਸਵਾਲ ਵੈਸੇ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰੀਏ ਪਰ ਫਿਰ ਵੀ ਕੁਝ ਸਵਾਲ ਰਹਿ ਜਾਂਦੇ ਹੈਗੇ ਲੋਕਾਂ ਦੇ ਜ਼ਿਹਨ ਦੇ ਵਿੱਚ, ਉਹ ਸਵਾਲ ਹੁੰਦੇ ਨੇ ਤੁਹਾਨੂੰ ਸਵਾਲ ਪੁੱਛਣੇ ਚਾਹੁੰਦੇ ਹੋਣਗੇ, ਜਾਂ ਫਿਰ ਕੋਈ ਪੇਸ਼ੈਂਟ ਹੋਊਗਾ ਗਠੀਏ ਦਾ ਜਾਂ ਫਿਰ ਕੋਈ ਜੁਆਇੰਟ ਪੇਨ ਦੇ ਰਿਲੇਟਡ ਕੋਈ ਸਵਾਲ ਜਾਂ ਕੋਈ ਟ੍ਰੀਟਮੈਂਟ ਲੈਣਾ ਚਾਹੁੰਦੇ ਹੋਣਗੇ। ਮੈਂ ਚਾਹੂੰਗਾ ਕਿ ਅਖੀਰ ਦੇ ਵਿੱਚ ਆਪਣਾ ਪ੍ਰੋਪਰ ਐਡਰੈਸ ਤੇ ਸੰਪਰਕ ਨੰਬਰ ਜ਼ਰੂਰ ਦੱਸ ਦਿਓ। 99 146 ਅਸੀਂ ਲੁਧਿਆਣਾ ਪੰਜਾਬ ਤੋਂ ਬੋਲ ਰਹੇ ਹਾਂ, ਹੈਲਥ ਕੈਮ ਰੈਮਡੀਜ਼ ਤੋਂ ਬੋਲ ਰਹੇ ਹਾਂ। ਇਹ ਕਾਕੋਵਾਲ ਰੋਡ ਤੇ ਹੈ ਤੇ ਮੈਂ ਤੁਹਾਨੂੰ ਜੋ ਵੀ ਪੇਸ਼ੈਂਟ ਮਿਲਣਾ ਚਾਹਵੇ ਇੱਥੇ ਆ ਸਕਦਾ ਹੈ, ਜਾਂ ਜਿਹੜਾ ਮੈਂ ਫੋਨ ਨੰਬਰ ਦਿੱਤਾ ਉਹਦੇ ਤੇ ਸੰਪਰਕ ਕਰਕੇ ਜੋ ਵੀ ਕੁਐਸਚਨ ਹੈ ਸਾਨੂੰ ਪੁੱਛ ਸਕਦਾ ਹੈ, ਉਹਦਾ ਪੂਰਾ ਆਨਸਰ ਦਿੱਤਾ ਜਾਏਗਾ ਤਸੱਲੀ ਬਖਸ਼। ਜੀ ਬਹੁਤ ਬਹੁਤ ਧੰਨਵਾਦ ਮੈਮ, ਬਹੁਤ ਚੰਗਾ ਲੱਗਾ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਮੈਮ ਸੰਗੀਤਾ ਛਾਬੜਾ ਜੀ ਨਾਲ ਆਪਾਂ ਗੱਲਬਾਤ ਕਰੀ ਹੈ ਕਿ ਜਿਹੜੀ ਗਠੀਏ ਦੀ ਤੇ ਜੁਆਇੰਟ ਪੇਨ ਦੀ ਪ੍ਰੋਬਲਮ ਹੈ ਕਿ ਕਿਸ ਕਾਰਨਾਂ ਤੋਂ ਹੋ ਸਕਦੇ, ਜਾਂ ਫਿਰ ਜਿਸ ਸ਼ਖਸ ਨੂੰ ਇਹ ਬਿਮਾਰੀ ਹੋਈ ਹੈ ਉਹ ਕਿਸ ਤਰ੍ਹਾਂ ਇਸ ਬਿਮਾਰੀ ਤੋਂ ਬਚਾਅ ਕਰ ਸਕਦੇ। ਸੋ ਅਸੀਂ ਮੈਮ ਦਾ ਫੋਨ ਨੰਬਰ ਵੀ ਦਿੱਤਾ ਨੀਚੇ, ਅਗਰ ਕੋਈ ਵੀ ਸ਼ਖਸ ਨੂੰ ਇਸ ਰਿਲੇਟਡ ਪ੍ਰੋਬਲਮ ਆ ਰਹੀ ਹੈ ਜਾਂ ਫਿਰ ਇਸ ਪ੍ਰੋਬਲਮ ਦੇ ਪ੍ਰਤੀ ਕੋਈ ਵੀ ਸੁਝਾਅ ਲੈਣਾ ਹੋਵੇ ਤਾਂ ਇੱਕ ਵਾਰ ਫੋਨ ਨੰਬਰ ਤੇ ਗੱਲ ਕਰਕੇ ਨਾ ਸੁਝਾਅ ਜ਼ਰੂਰ ਲੈਣ। ਉਮੀਦ ਇਹੀ ਹੈ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਤੱਕ ਦੇ ਜੁੜੇ ਰਹੋ ਪੰਜਾਬ ਨਿਊਜ਼ ਦੇ ਨਾਲ। ਮੈਨੂੰ ਯਾਨੀ ਕਿ ਹਰਦੀਪ ਸ਼ੇਰਪਿੰਦ ਦਿਓ ਇਜਾਜ਼ਤ, ਧੰਨਵਾਦ।